औज़ बिल्लाहि मिनश शैतानिर रजीम बिस्मिल्लाहिर रहमानिर रहीम। अल्लाह जल्ले शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तकीन अस्सलातु वस्सलामु अला रसूलिहिल करीम। दोस्तों अस्सलाम वालेकुम। डॉक्टर नसीर कालम हाज़िर CNP न्यूज़ ਤੋਂ। दोस्तों ਅੱਜ 23 ਤਾਰੀਖ ਹੈ, ਅਸੀਂ ਯੌਮ ਪਾਕਿਸਤਾਨ ਮਨਾ ਰਹੇ ਹਾਂ ਔਰ ਸਾਡੇ ਬਿਲਕੁਲ ਹਮਸਾਏ 'ਚ ईरान ਦੇ ਅੰਦਰ ਜਿਹੜਾ ਸਾਡਾ ਮੁਸਲਿਮ ਬਰਾਦਰ ਮੁਲਕ ਹੈ ਉੱਥੇ ਜੰਗ ਲੱਗੀ ਹੈ। ਅਸੀਂ ਅੱਲਾ ਦਾ ਸ਼ੁਕਰ ਅਦਾ ਕਰਨੇ ਆ ਕਿ ਸਾਨੂੰ ਅੱਲਾਹ ਤਾਲਾ ਨੇ ਅੱਜ ਤੋਂ 75-76 ਸਾਲ ਪਹਿਲੇ ਪਾਕਿਸਤਾਨ ਅਤਾ ਫਰਮਾਇਆ ਔਰ ਅਸੀਂ ਇੱਥੇ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਇਸੇ ਤਰ੍ਹਾਂ ईरान ਵੀ ਆਪਣੀ ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ, ਲੇਕਿਨ ਕੁਫਾਰ ਨੂੰ ਜਾਂ ਜਿਹੜੇ ਗੈਰ ਮੁਸਲਿਮ ਨੇ ਉਹਨਾਂ ਨੂੰ ਇਹ ਵਾਰਿਚ ਨਹੀਂ ਸੀ, ਔਰ ਖਸੂਸੀ ਤੌਰ ਤੇ ਅਮਰੀਕਾ ਔਰ ਇਸਰਾਈਲ 28 ਫਰਵਰੀ ਤੋਂ ਲਾ ਕੇ ਹੁਣ ਤੱਕ ਯਾਨੀ 24 ਦਿਨ ਹੋ ਗਏ ਨੇ ਇਹ ਜੰਗ ਲੱਗੀ ਨੂੰ, ਔਰ 24 ਦਿਨਾਂ ਦੇ ਅੰਦਰ ਅੰਦਰ ਟਰੰਪ ਸਾਹਿਬ ਰੋਜ਼ ਇੱਕ ਨਵਾਂ ਦਾਵਾ ਕਰਦੇ, ਅੱਜ ਮੈਂ ਬੈਰੀਆ ਉਡਾਤੀ ਆ ईरान ਦੀ, ਅੱਜ ਮੈਂ ईरान ਦੇ ਮਿਜ਼ਾਈਲ ਉਡਾਤੇ ਨੇ, ਅੱਜ ਮੈਂ ਉਹਨਾਂ ਦੇ ਅੱਡੇ ਤਬਾਹ ਕਰਤੇ ਨੇ, ਅੱਜ ਮੈਂ ਉਹਨਾਂ ਦਾ ਇਹ ਕਰਤਾ, ਅੱਜ ਮੈਂ ਉਹਨਾਂ ਦਾ ਉਹ ਕਰਤਾ, ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ, ਖਤਮ ਹੋ ਗਈ ਹਰ ਚੀਜ਼। ਤੇ ਫਿਰ ਰੋਣਾ ਕਾਹਦਾ ਵਾ ਤੁਹਾਨੂੰ ਟਰੰਪ ਸਾਹਿਬ ਤੇ ਨਤਨਯਾਹੂ ਸਾਹਿਬ, ਤੁਹਾਨੂੰ ਰੋਣਾ ਕਾਹਦਾ ਵੇ? ਕਿਉਂ ਰੋ ਰਹੇ ਹੋ? ਕਿਉਂ ਦੋ ਹੱਥਾਂ ਨਾਲ ਪਿੱਟਣ ਡਏ ਹੋ ਕਿ ਲੋਗੋ ਆਣ ਕੇ ਸਾਡੀ ਮਦਦ ਕਰੋ? ईरान ਨੂੰ ਤਾਂ ਤਬਾਹ ਕਰਤਾ। ईरान ਦੇ ਐਟਮੀ ਪਲਾਂਟ, ਐਟਮੀ ਮਵਾਦ, ਮਿਜ਼ਾਈਲ ਸਿਸਟਮ, ਡਰੋਨ ਦਾ ਸਾਰਾ ਸਿਸਟਮ ਸਾਰਾ ਤਾਂ ਤੁਸੀਂ ਤਬਾਹ ਕਰ ਲਿਆ। ਹੁਣ ਕੀ ਆਂਦੇ ਹੋ? ਹੁਣ ਕਿਉਂ ਰੋਈ ਜਾਂਦੇ ਹੋ? ਲੇਕਿਨ ਸਭ ਝੂਠ ਬੋਲ ਰਹੇ ਨੇ ਔਰ ਸਭ ਕੁਝ ਦਗਾਬਾਜ਼ੀ ਕਰ ਰਹੇ ਨੇ, ਸਭ ਕੁਝ ਫਰਾਡ ਕਰ ਰਹੇ ਨੇ, ਦੁਨੀਆ ਦੇ ਨਾਲ ਵੀ ईरान ਦੇ ਨਾਲ। ਨਾ ਹੀ ਇਹਨਾਂ ਨੇ ईरान ਦਾ ਕੋਈ ਦਫਾਈ ਨਿਜ਼ਾਮ ਖਰਾਬ ਕੀਤਾ। ਹਾਂ, ईरान ਦੀ ਚੂੰਕਿ ਫਜ਼ਾਈਆ ਕੋਈ ਨਹੀਂ ਸੀ, ਇਸ ਵਾਸਤੇ ਇਹਨਾਂ ਨੂੰ ਇੱਕ ਐਜ ਮਿਲ ਗਿਆ, ਫ੍ਰੀ ਐਜ ਮਿਲ ਗਿਆ। ਇਹ ਜਨਾਬ ਆਉਂਦੇ ਨੇ ਹਵਾਈ ਜਹਾਜ਼ ਜਿੰਨੇ ਮਰਜ਼ੀ ਆਉਂਦੇ ਨੇ, ਬੰਬਾਰੀ ਕਰਦੇ ਨਿਕਲ ਜਾਂਦੇ ਨੇ। ਲੇਕਿਨ ਆਫਰੀਨ ਆ ਦੋਨਾਂ ਹੱਥਾਂ ਨਾਲ ਮੈਂ ਸਲਾਮ ਕਰਦਾ ईरान ਨੂੰ, ईरानियां ਨੂੰ, ਨਾ ਸਿਰਫ ਉਹਨਾਂ ਦੇ ਹੁਕਮਰਾਨਾਂ ਨੂੰ ਬਲਕਿ ਉਹਨਾਂ ਦੀ ਪਬਲਿਕ ਨੂੰ ਵੀ, ਕਿ ਜਿਸ ਜਵਾਮਰਦੀ ਨਾਲ, ਜਿਸ ਜੁਰਤ ਨਾਲ, ਜਿਸ ਦਲੇਰੀ ਨਾਲ ਔਰ ਜਿਸ ਈਮਾਨ ਦੇ ਨਾਲ ਉਹ ਇਹਨਾਂ ਦਾ ਮੁਕਾਬਲਾ ਕਰ ਰਹੇ ਨਾ, ਵਾਕਈ ਕਾਬਲੇ ਤਹਿਸੀਨ ਔਰ ਕਾਬਲੇ ਆਫਰੀਨ। ਉਹਨਾਂ ਦਾ ਬੜਾ ਨੁਕਸਾਨ ਹੋਇਆ, ਬਹੁਤ ਨੁਕਸਾਨ ਕੀਤਾ ਇਹਨਾਂ ਨੇ, ਬੜੀ ਦੁਨੀਆ ਸ਼ਹੀਦ ਹੋਈ ਆ, ਬੜੇ ਉੱਥੇ ईरानी ਭਾਈ ਸਾਡੇ ਸ਼ਹੀਦ ਹੋਏ ਨੇ, ਲੇਕਿਨ ਉਹਨਾਂ ਨੇ ਜ਼ਰਾ ਬਰਾਬਰ ਉਹਨੂੰ ਮਹਿਸੂਸ ਨਹੀਂ ਕੀਤਾ। ਔਰ ਉਹ ਯਾਦ ਤਾਜ਼ਾ ਕਰਤੀ ਹਨ ਸਾਡੇ ਜਿਹੜੇ ਬਜ਼ੁਰਗਾਂ ਨੇ ਦੀਨ ਸਨ, ਉਹਨਾਂ ਦੇ ਮੁਤਲਕ ਜੋ ਉਹਨਾਂ ਦੇ ਨਜ਼ਰੀਆਤ ਸਨ ਨਾ, ਕਿ ਦੇਖੋ ਜੀ ਜੰਗਾਂ ਦੇ ਅੰਦਰ ਕਿਤਾਲ ਜਿਹੜਾ ਇਹ ਸਾਡੇ ਤੇ ਫਰਜ਼ ਵੀ ਆ, ਕਿਤਾਲ ਦੇ ਅੰਦਰ ਸ਼ਹਾਦਤਾਂ ਵੀ ਲਾਜ਼ਮੋ ਮਲਜ਼ੂਮ ਚੀਜ਼ਾਂ ਨੇ, ਇਹਨਾਂ ਦੇ ਉੱਤੇ ਬਹਾਦਰੀ ਨਾਲ ਤੁਸੀਂ ਮੁਕਾਬਲਾ ਕਰਨਾ, ਆਪਣੀ ਤਿਆਰੀ ਰੱਖਣੀ ਹੈ। ਜਿਸ ਤਰ੍ਹਾਂ ਮੇਰੇ ਨਬੀ ਸੱਲੱਲਾਹੁ अलैहि वसल्लम ने फरमाया सी कि अपनी तैयारी करके रखो तुसी, बाकी अल्लाह दे मामलात ने, अल्लाह ताला ने की करना तुहाडे नाल या की होना तुहाडे नाल, लेकिन तुसी बाहर तैयार रहो। ईरान 40 साल तो तैयारी कर रहा सी इस जंग दी। उन्होंने पता सी कि बाकी जड़ियां 56 भैणां ने ना मुस्लिम भैणां, उन्होंने तो कख नहीं करना, ईरान नूं ही लड़ना पैना। और अल्टीमेटली ईरान ने उन्होंने मुकाबला, सिर्फ मुकाबला इस हद तक नहीं किया कि अपना दिफा किया, डिफेंसिव ही नहीं होया बल्कि ओफेंसिव भी होया, क्योंकि हमला ईरान ने किसी ते नहीं सी कीता बल्कि ईरान दे उत्ते इन्हां दोनों मुल्कां हमला कीता सी। और उहदे रिएक्शन के तौर पर हुण जो भी हो रहा, इसराइल ने बाहां खड़ियां कीतियां, दोनों ते पिटना शुरू किया ते रोना शुरू किया, मर गए, सानू मार दिता। तुहानू किसने कहा सी भी जाके पंगा लाओ ईरान दे नाल? तुहानू किन्ने कहा सी जाके ईरान ते बमबारी करो? हुण देखो अगे ये हालात अगर बढ़े, अगर ये जंग बढ़ी तो सब तो बड़ा नुकसान किन्हां दा होना? मुसलमानां दा भी और इन्हां यहूदियां दा भी। अमरीका ना ततो तक घोड़े वर्गा, उहदा ते मुआशी नुकसान है ना, जानी नुकसान सब तो ज्यादा ईरानियां दा होया। उस तो बाद इसराइल दा और बाकी मुसलमान मुल्कां दा, जिथे पाकिस्तान दा भी काफी नुकसान होया, और असां ते आपे ही कीता वे। साडे जदों अपने आयतुल्ला खामनाई साहब की शहादत तो बाद इत्थे एजिटेशन हुई, हल्ला गुल्ला होया, एहतजाज होया, उस को 12-14-20 बंदे साडे शहीद करते इन्होंने अमरीका के सफारतखाने वाले, बाकी कुछ जड़े है सी वो साडे अपने ने कर ले।
ਲੇਕਿਨ ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਈਰਾਨ ਦਾ, ਮਾਲੀ ਨੁਕਸਾਨ ਵੀ ਈਰਾਨ ਦਾ ਹੋਇਆ। ਲੇਕਿਨ ਉਹਨੇ ਜੋ ਮਾਲੀ ਨੁਕਸਾਨ, ਜੋ ਸ਼ੋਹਰਤ ਔਰ ਜੋ ਦੁਨੀਆ 'ਚ ਅਜ਼ਮਤ ਬਣਾਈ ਸੀ ਅਮਰੀਕਾ ਔਰ ਇਜ਼ਰਾਈਲ ਨੇ, ਉਹਨੇ ਤਬਾਹ ਕਰਕੇ ਰੱਖ ਛੱਡੀ। ਉਹਨੇ, ਈਰਾਨ ਨੇ ਅਮਰੀਕਾ ਔਰ ਇਸਰਾਈਲ ਨੂੰ ਜੀਣ ਜੋਗੇ ਨਹੀਂ ਛੱਡਿਆ, ਨਾ ਇਹ ਜੀਣ ਜੋਗੇ ਨੇ, ਨਾ ਇਹ ਮਰਨ ਜੋਗੇ ਨੇ। ਲਿਹਾਜ਼ਾ ਕਾਬਲੇ ਤਾਸੀਨ, ਕਾਬਲੇ ਆਫਰੀਨ ਈਰਾਨੀ ਨੇ, ਜਿਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ, ਜਿਹਦੇ ਚਾਰੋਂ ਤਰਫ से ਹਮਲੇ ਹੋ ਰਹੇ ਸੀ, ਜਿਸ 'ਚ ਸਾਡੇ ਮੁਸਲਮਾਨ ਮੁਲਕਾਂ ਨੇ ਵੀ ਅੱਡੇ ਦਿੱਤੇ ਸੀ ਇਹਨਾਂ ਨੂੰ। ਔਰ ਸਭ ਤੋਂ ਬੜੀ ਕਮਬਖਤੀ ਸਾਡੇ ਮੁਸਲਮਾਨਾਂ ਦੀ ਇਹ ਆ ਕਿ ਅਸੀਂ ਆਪਣੇ ਮੁਸਲਮਾਨਾਂ ਦਾ ਦਿਫਾ ਵੀ ਨਹੀਂ ਕਰਦੇ, ਬਲਕਿ ਦੁਸ਼ਮਣ ਦੇ ਨਾਲ ਮਿਲ ਕੇ ਦੁਸ਼ਮਣ ਨੂੰ ਫੈਸਿਲਿਟੇਟ ਕਰਨੇ ਆ। ਉਹਦਾ ਕੀ ਸਿਲਾ ਵੇ? ਉਹ ਸਿਲਾ ਸਾਰੇ ਭੁਗਤ ਰਹੇ ਨੇ, ਔਰ ਅਸੀਂ ਵੀ ਕਿਸੇ ਹੱਦ ਤੱਕ ਭੁਗਤ ਰਹੇ ਆ, ਕਿਉਂਕਿ ਇਹ ਜੰਗ ਜਿਹੜੀ ਆ ਬਿਲਕੁਲ ਸਾਡੇ ਦਰਵਾਜ਼ੇ ਦੇ ਉੱਤੇ ਆਈ ਹੈ। ਅਗਰ ਖੁਦਾ ਨਾ ਖਾਸਤਾ ਇਹ ਸਾਡੇ ਦਰਵਾਜ਼ਿਆਂ ਤੋਂ ਅੰਦਰ ਦਾਖਲ ਹੋਈ ਜਾਂ ਅਸੀਂ ਉਹਨਾਂ ਦੇ ਅੰਦਰ ਦਾਖਲ ਹੋਏ, ਇਹ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਏਗਾ, ਸਾਡੇ ਵਾਸਤੇ ਬੜਾ ਨੁਕਸਾਨਦੇਹ ਹੋਏਗਾ, ਔਰ ਅਹਿਲ ਇਸਲਾਮ ਵਾਸਤੇ ਬੜਾ ਨੁਕਸਾਨਦੇਹ ਹੋਏਗਾ। ਲਿਹਾਜ਼ਾ ਮੇਰੀ ਗੁਜ਼ਾਰਿਸ਼ ਹੈ तमाम ਇਹ ਮੁਲਕ ਜਿਹੜੇ ਇਸ ਜੰਗ 'ਚ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਨਵੋਲਵ ਨੇ ਕਿ ਇਹ ਸਬਰ ਤਹੰਮਲ ਨਾਲ ਕੰਮ ਲੈਣ। ਅਗਰ ਅਮਰੀਕਾ ਇਸਰਾਈਲ ਹਮਲਾ ਕਰਦਾ ਈਰਾਨ ਦੇ ਉੱਤੇ, ਈਰਾਨ ਨੂੰ ਬਿਲਕੁਲ ਹੱਕ ਹਾਸਲ ਆ ਕਿ ਉਹ ਬਿਲਕੁਲ ਉਹਦਾ ਰਿਐਕਸ਼ਨ ਦੇ ਤੌਰ ਤੇ ਹਮਲਾ ਉਹਨਾਂ ਤੇ ਵੀ ਕਰੇ। ਲੇਕਿਨ ਸਾਡੇ ਮੁਸਲਮਾਨ ਮੁਲਕਾਂ ਨੂੰ ਬਿਲਕੁਲ ਅੱਡੇ ਨਹੀਂ ਦੇਣੇ ਚਾਹੀਦੇ ਅਮਰੀਕਾ ਨੂੰ, ਨਾ ਫੈਸਿਲਿਟੇਟ ਕਰਨਾ ਚਾਹੀਦਾ ਇਸਰਾਈਲ ਨੂੰ, ਨਾ ਅਮਰੀਕਾ ਨੂੰ। ਕਿਉਂ? ਇਹ ਸਾਡੇ ਦੀਨ ਦੇ ਦੁਸ਼ਮਣ ਨੇ, ਸਾਡੀ ਜਾਨਾਂ ਦੇ ਵੀ ਦੁਸ਼ਮਣ ਨੇ, ਸਾਡੇ ਮਾਲਾਂ ਦੇ ਵੀ ਦੁਸ਼ਮਣ ਨੇ, ਔਰ ਸਾਡੀ ਅਨਾਹ ਦੇ ਵੀ ਦੁਸ਼ਮਣ ਨੇ। ਅੱਲਾਹ ਸਾਡਾ ਹਿਫਾਜ਼ਤ ਫਰਮਾਏ ਪਾਕਿਸਤਾਨ ਦੀ, ਪਾਕਿਸਤਾਨੀਆਂ ਦੀ, ईरान ਦੀ ਔਰ ईरानियां ਦੀ, ਔਰ ਅਹਿਲੇ ਇਸਲਾਮ ਸਾਰਿਆਂ ਦੀ। ਅੱਲਾਹ ਹਾਫਿਜ਼। अस्सलाम वालेकुम।